गुड मॉर्निंग स्टूडेंट्स, आई एम हनीश बंसल, आई एम योर बिजनेस स्टडी लेक्चरर। तो स्टूडेंट अज का जो टॉपिक है प्राइवेट पब्लिक ग्लोबल एंटरप्राइज 11th क्लास कमर्स बिजनेस स्टडी की क्लास चल रही है। जी इस चैप्टर की वीडियोज़ ने वो थोड़ा मेरे चैनल के प्लेलिस्ट जाके मिल जाएगियाँ। यह इस चैप्टर का आखिरी टॉपिक है। तो स्टूडेंट्स देखो, पब्लिक प्राइवेट पार्टनरशिप की हुंदा। पब्लिक प्राइवेट पार्टनरशिप कहते जो पब्लिक प्राइवेट पार्टनरशिप डिस्क्राइब ए गवर्नमेंट सर्विसेज और प्राइवेट बिजनेस वेंचर विच इज़ funded and operated through a partnership government and one or more private sector company. These schemes are also preferred P3 PPP ਜਾਂ P3। ਇਹਨਾਂ ਤਿੰਨਾਂ 'ਚ ਕੋਈ ਵੀ ਨਾਮ ਪੇਪਰ 'ਚ ਵੀ ਦਿੱਤਾ ਹੋ ਸਕਦਾ ਹੈ। ਇਹ ਨਾਮ ਦਾ ਮਤਲਬ ਆਹੀ ਹੋਊਗਾ। ਹੁਣ ਇਹਦਾ ਮਤਲਬ ਕੀ ਹੁੰਦਾ? ਕਹਿੰਦੇ ਜਿਹਦੇ ਵਿੱਚ ਕਿਸੇ ਸੰਸਥਾ ਦੇ ਵਿੱਚ, ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਜਦੋਂ ਪਬਲਿਕ ਅਤੇ ਪ੍ਰਾਈਵੇਟ ਦੀ ਆਪਸ 'ਚ ਪਾਰਟਨਰਸ਼ਿਪ ਹੁੰਦੀ ਹੈ ਅਤੇ ਉਹ ਮਿਲ ਕੇ ਕੰਮ ਕਰਦੇ ਨੇਗੇ, ਤਾਂ ਉਹਨੂੰ ਕੀ ਬੋਲਦੇ ਆ? ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਅਤੇ ਇਹਦੇ ਵਿੱਚ ਕੀ ਹੁੰਦਾ? ਗੌਰਮੈਂਟ ਕੀ ਕਰਦੀ ਹੈ? ਪ੍ਰਾਈਵੇਟ ਜ਼ਮੀਨ ਦੇ ਉੱਤੇ ਜਾਂ ਪ੍ਰਾਈਵੇਟ ਕਿਸੇ ਵੀ ਜਗ੍ਹਾ ਦੇ ਉੱਤੇ ਜਾਂ ਪ੍ਰਾਈਵੇਟ ਬਿਲਡਿੰਗ ਦੇ ਉੱਤੇ ਆਪ ਕੰਮ ਕਰਦੀ ਹੈ ਅਤੇ ਪ੍ਰਾਈਵੇਟ ਵਾਲੇ ਬੰਦਿਆਂ ਨੂੰ ਕੁਛ ਨਾ ਕੁਛ ਇਨਸੈਂਟਿਵਸ ਦੇ ਦਿੰਦੀ ਹੈ, ਤਾਂ ਉਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬੋਲਦੇ ਨੇ। ਹੁਣ ਦੇਖੋ, ਫੋਰ ਐਗਜ਼ਾਮਪਲ hospital building financed constructed by private developer and then leased to hospital authority. The private company act as a landlord and provide housekeeping services and other non-medical services. Their hospital services are provided by the hospital authority. ਹੁਣ ਇਹਦੇ ਵਿੱਚ ਦੇਖੋ, ਇੱਕ ਹੋਸਪਿਟਲ ਸੀਗਾ, ਬਿਲਡਿੰਗ ਫਾਈਨਾਂਸ ਕੀਤੀ, ਕੰਸਟਰਕਟਡ ਕਿਹਨੇ ਕੀਤੀ? ਪ੍ਰਾਈਵੇਟ ਡਿਵੈਲਪਰ ਨੇ। ਅਤੇ ਉਹ ਹੋਸਪਿਟਲ ਦੇ ਉੱਤੇ ਹੁਣ ਉਹਨਾਂ ਨੇ ਕੁਛ ਪ੍ਰਾਈਵੇਟ ਕੰਪਨੀਆਂ ਐਕਟ ਕਰ ਰਹੀਆਂ ਨੇ ਐਜ਼ ਏ ਲੈਂਡਲੋਰਡ, ਠੀਕ ਹੈ। ਹਾਊਸਕੀਪਿੰਗ ਸਰਵਿਸਿਜ਼ ਪ੍ਰੋਵਾਈਡ ਕਰ ਰਹੀਆਂ ਨੇ, ਨੋਨ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕਰ ਰਹੀਆਂ ਨੇ। ਤਾਂ ਇਹ ਸਾਰੀ ਚੀਜ਼ਾਂ ਕੀ ਹੈ? ਸਿਸਟਮ ਕੀ ਆਉਂਦਾ? ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਜਾਂ ਤਾਂ ਗੌਰਮੈਂਟ ਪ੍ਰਾਈਵੇਟ ਵਾਲੇ ਦੀ ਜਗ੍ਹਾ ਦੇ ਉੱਤੇ ਕੰਮ ਕਰਦੀ ਹੈ, ਜਾਂ ਪ੍ਰਾਈਵੇਟ ਗੌਰਮੈਂਟ ਵਾਲੀ ਜਗ੍ਹਾ ਦੇ ਉੱਤੇ ਕੰਮ ਕਰਦੀ ਹੈ। ਕੁਛ ਨਾ ਇਹ ਕੋਈ ਨਾ ਕੋਈ ਇਹਨਾਂ ਦੀ ਜਿਹੜੀ ਕੁਛ ਨਾ ਕੁਛ ਇੱਕ ਦੂਜੇ ਨੂੰ ਜਿਹੜੇ ਜਾਂ ਗੌਰਮੈਂਟ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ ਜਾਂ ਪ੍ਰਾਈਵੇਟ ਵਾਲਿਆਂ ਨੂੰ, ਜਿਸ ਵਜ੍ਹਾ ਨਾਲ ਇਹ ਕੰਮ ਆ ਜਾਂਦਾ, ਠੀਕ ਹੈ। ਹੁਣ ਜਿਵੇਂ ਇੱਕ ਐਗਜ਼ਾਮਪਲ ਹੋਰ ਮੈਂ ਦੱਸ ਦਿੰਦਾ, ਜਿਵੇਂ ਦਿੱਲੀ ਮੈਟਰੋ ਹੈ। ਦਿੱਲੀ ਮੈਟਰੋ ਬਹੁਤ ਸਾਰੀ ਜਗ੍ਹਾਵਾਂ ਤੋਂ ਗੁਜ਼ਰਦੀ ਹੈ ਅਤੇ ਉਹਦੇ ਵਿੱਚ ਕੁਛ ਪ੍ਰਾਈਵੇਟ ਦੀ ਜ਼ਮੀਨਾਂ ਵੀ ਆ ਜਾਂਦੀਆਂ ਨੇ, ਤਾਂ ਗੌਰਮੈਂਟ ਉਹ ਜ਼ਮੀਨ ਨੂੰ ਆਪਣੀ ਮੈਟਰੋ ਚਲਾਉਣ ਵਾਸਤੇ ਯੂਜ਼ ਕਰਦੀ ਹੈ। ਤਾਂ ਉੱਥੇ ਉਹ ਕੁਛ ਨਾ ਕੁਛ ਇਨਸੈਂਟਿਵਸ ਦੇ ਦਿੰਦੀ ਹੈ ਪ੍ਰਾਈਵੇਟ ਵਾਲਿਆਂ ਨੂੰ ਕਿ ਹਾਂ ਵੀ ਤੂੰ ਸਾਨੂੰ ਇਹ ਜ਼ਮੀਨ ਦੇ ਉੱਤੇ ਕੰਮ ਕਰਨ ਵਾਸਤੇ ਦੇ ਦੇ, ਅਤੇ ਅਸੀਂ ਤੁਹਾਨੂੰ ਹਰ ਸਾਲ ਇਹ ਇਨਸੈਂਟਿਵਸ ਦੇ ਦਿਆ ਕਰਾਂਗੇ। ਤਾਂ ਉਹ ਸਾਰਾ ਚੀਜ਼ਾਂ ਇਹਦੇ ਅੰਦਰ ਹੁੰਦੀਆਂ ਨੇ। ਕਲੀਅਰ ਹੋ ਗਿਆ ਹੋਊਗਾ। ਹੁਣ ਫੀਚਰਸ ਕੀ ਨੇਗੇ PPP ਦੇ? ਕੰਟਰੈਕਟ ਬਿਟਵੀਨ ਪਬਲਿਕ ਸੈਕਟਰ ਐਂਡ ਪ੍ਰਾਈਵੇਟ ਪਾਰਟੀ। ਕਹਿੰਦੇ PPP ਇਜ਼ ਕੰਟਰੈਕਟ ਬਿਟਵੀਨ public sector authority and private party in which the private party provide public services and bears financial, technical and operational risk। ਹੁਣ ਦੇਖੋ, ਇਹਦੇ PPP ਕਹਿੰਦੇ ਇਹ ਇਹਨਾਂ ਦੋਵਾਂ ਦੇ ਵਿੱਚ ਕੰਟਰੈਕਟ ਹੁੰਦਾ ਪਬਲਿਕ ਅਤੇ ਪ੍ਰਾਈਵੇਟ ਦੇ ਵਿੱਚ, ਠੀਕ ਹੈ। ਕੰਟਰੈਕਟ ਹੁੰਦਾ ਜਿਹਦੇ ਵਿੱਚ ਪ੍ਰਾਈਵੇਟ ਪਾਰਟੀ ਪ੍ਰੋਵਾਈਡ ਕਰਦੀ ਹੈ ਪਬਲਿਕ ਸਰਵਿਸਿਜ਼ ਐਂਡ ਬੀਅਰ ਫਾਈਨੈਂਸ਼ੀਅਲ, ਟੈਕਨੀਕਲ ਐਂਡ ਆਪਰੇਸ਼ਨਲ ਰਿਸਕ। ਨਾਲ ਇਹ ਬੀਅਰ ਵੀ ਕਰਦੀ ਹੈ ਸਾਰੇ ਫਾਈਨੈਂਸ਼ੀਅਲ, ਟੈਕਨੀਕਲ, ਆਪਰੇਸ਼ਨਲ ਰਿਸਕ। ਹੁਣ ਇਹਦੇ ਵਿੱਚ ਕੀ ਹੈ? ਦੇਖੇ ਆਪਸ 'ਚ ਇੱਕ ਦੂਜੇ ਨਾਲ ਕੰਟਰੈਕਟ ਕਰ ਲੈਂਦੇ ਨੇਗੇ। ਹੁਣ ਜਿਹੜੀ ਪਬਲਿਕ ਸੈਕਟਰ ਹੋਊਗਾ, ਪ੍ਰਾਈਵੇਟ ਦਾ ਕੁਛ ਨਾ ਕੁਛ ਪਾਰਟ ਅਕਵਾਇਰ ਕਰ ਲੈਂਦੀ ਹੈ, ਜਿਹਦੇ ਨਾਲ ਫਿਰ ਉਹ ਰਿਸਕ ਵੀ ਹੁੰਦੇ ਨੇਗੇ। ਸਾਰੇ ਰਿਸਕ ਵੀ ਜਿਹੜਾ ਬੰਦਾ ਐਕਵਾਇਰ ਕਰਦਾ ਉਹ ਰਿਸਕ ਵੀ ਇਸ ਤਰੀਕੇ ਨਾਲ ਕੀ ਹੋਊਗਾ? ਬੀਅਰ ਕਰੇਗਾ। ਕੋਸਟ ਆਫ ਯੂਜ਼ਿੰਗ ਸਰਵਿਸਿਜ਼ ਇਨ ਸਮ type of PPP, the cost of using services is borne by user of services and not by a taxpayer, and in which the cost of providing services is borne wholly or partly by the government। ਦੇਖੋ PPP ਕੀ ਹੁੰਦਾ ਹੈ? ਹੋਰ ਵੀ ਬਹੁਤ ਸਾਰੇ ਕੋਸਟ ਆਫ ਯੂਜ਼ਿੰਗ ਸਰਵਿਸਿਜ਼, ਮਤਲਬ PPP ਹੈ ਕੋਸਟ ਆਫ ਯੂਜ਼ਿੰਗ ਸਰਵਿਸ ਇਜ਼ ਬੋਰਨ ਬਾਈ ਯੂਜ਼ਰ ਆਫ ਸਰਵਿਸਿਜ਼। ਕਹਿੰਦੇ ਜਿਹੜਾ ਬੰਦਾ ਯੂਜ਼ ਕਰ ਰਿਹਾ ਉਹ ਬੰਦਾ ਕੀ ਕਰੇਗਾ? ਬੋਰਨ ਕਰੇਗਾ ਸਰਵਿਸਿਜ਼ ਦੇ। ਹੁਣ ਨੋਟ ਬਾਏ ਟੈਕਸਪੇਅਰ ਇਨ ਸਮ ਆਫ ਦਾ ਕੋਸਟ ਆਫ ਪ੍ਰੋਵਾਈਡਿੰਗ ਸਰਵਿਸਿਜ਼ ਬੋਰਨ ਹੋਲੀ ਔਰ ਪਾਰਟਲੀ ਬਾਈ ਦੀ ਗਵਰਨਮੈਂਟ।
ਤਾਂ ਹੁਣ ਜਦ ਗੌਰਮੈਂਟ ਜਿੰਨੀ ਵੀ ਕੋਸਟ ਆਫ ਸਰਵਿਸਿਜ਼ ਹੁੰਦੀਆਂ ਨੇ ਜਾਂ ਤਾਂ ਕੁਛ ਬੀਅਰ ਕਰਦੀਆਂ ਨੇ ਜਾਂ ਤਾਂ ਪਾਰਟਲੀ ਬੀਅਰ ਕਰਦੀਆਂ ਨੇਗੀਆਂ। ਹੁਣ ਇਹ ਪੁਆਇੰਟਾਂ ਦੇ ਵਿੱਚ ਕੀ ਸਮਝ ਆ ਰਿਹਾ ਤੁਹਾਨੂੰ? ਇਸ ਪੁਆਇੰਟਾਂ 'ਚ ਇਹ ਸਮਝ ਆ ਰਿਹਾ ਕਿ ਜਿਹੜਾ ਵੀ ਰਿਸਕ ਹੋਊਗਾ, ਜਿਹੜਾ ਵੀ ਖਰਚਾ ਹੁੰਦਾ ਜੇਕਰ ਉਹਨੂੰ ਐਕਵਾਇਰ ਕਰਨ 'ਤੇ ਜਿਹੜਾ ਵੀ ਕੁਛ ਵੀ ਪ੍ਰੋਬਲਮ ਆਉਂਦੀ ਹੈ ਉਹ ਸਾਰਾ ਦਾ ਸਾਰਾ ਕੌਣ ਬੀਅਰ ਕਰਦਾ? ਜਿਹੜਾ ਬੰਦਾ ਯੂਜ਼ ਕਰਦਾ। Provision of capital subsidies, project that aim at creating public goods in infrastructure sector. The government may provide a capital subsidy in the form of 1/3 grant to make it more attractive to private sector. In some cases, government may provide revenue subsidy including tax breaks or by providing guaranteed annual revenue. And the provision of capital subsidies. ਕਹਿੰਦੇ ਕੈਪੀਟਲ ਸਬਸਿਡੀਜ਼ ਦੇ ਵਿੱਚ ਕੀ ਆਉਂਦਾ? ਪ੍ਰੋਵੀਜ਼ਨਸ ਹੁੰਦੀਆਂ ਨੇਗੀਆਂ। ਹੁਣ ਉਹ ਕੀ ਸਿਸਟਮ ਦਾ? ਹੁਣ ਆਪ ਕੰਪਨੀ ਜਿਹੜੀ ਗੌਰਮੈਂਟ ਸੈਕਟਰ ਹੁੰਦੇ ਨੇਗੇ ਉਹ ਪ੍ਰਾਈਵੇਟ ਸੈਕਟਰ ਨੂੰ ਉਸ ਵਿੱਚ ਸਬਸਿਡੀਜ਼ ਵੀ ਪ੍ਰੋਵਾਈਡ ਕਰ ਦਿੰਦੀਆਂ ਨੇ ਜੀ। ਜਾਂ ਤਾਂ ਉਹ ਵਨ ਟਾਈਮ ਸਬਸਿਡੀਜ਼ ਦਿੰਦੇ ਨੇਗੇ, ਗ੍ਰਾਂਟ ਮਤਲਬ ਸਬਸਿਡੀ ਗ੍ਰਾਂਟ ਕੀ ਹੁੰਦਾ? ਕੁਛ ਨਾ ਕੁਛ ਬਹੁਤ ਜ਼ਿਆਦਾ ਇਨਸੈਂਟਿਵ ਦੇ ਦਿੰਦੇ ਨੇ, ਜਿਵੇਂ ਟੈਕਸ 'ਚ ਛੂਟ ਦੇਤੀ, ਟੈਕਸ ਮਾਫ ਕਰਤਾ, ਠੀਕ ਹੈ, ਹੋਰ ਕੁਛ ਨਾ ਕੁਛ ਹੋਰ ਇਨਸੈਂਟਿਵ ਦੇਤੇ ਜਿਹੜੇ ਪ੍ਰਾਈਵੇਟ ਵਾਲਿਆਂ ਨੂੰ ਜ਼ਿਆਦਾ ਬੈਨੀਫਿਟ ਹੋ ਸਕੇ। ਇਹ ਸਬਸਿਡੀਜ਼ ਪ੍ਰੋਵਾਈਡ ਜਦੋਂ ਵਨ ਟਾਈਮ ਸਬਸਿਡੀ ਦੇ ਦਿੰਦੇ ਆ ਜਾਂ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਨੇ, ਇਹ ਇਹਦੇ ਵਿੱਚ ਆ ਜਾਂਦਾ ਹੈ। ਪਰਟੇਨਿੰਗ ਟੂ ਹਾਇਰ ਪ੍ਰਾਇਰਟੀ ਪ੍ਰੋਜੈਕਟ ਐਂਡ ਪਬਲਿਕ ਵੈਲਫੇਅਰ। ਇਹ ਜਿਵੇਂ ਮੈਂ ਤੁਹਾਨੂੰ ਦਿੱਲੀ ਮੈਟਰੋ ਵਾਲਾ ਸਮਝਾਇਆ ਸੀਗਾ, ਜਿਹੜੇ ਹਾਇਰ ਪ੍ਰਾਇਰਟੀ ਪ੍ਰੋਜੈਕਟ ਹੁੰਦੇ ਨੇ, ਜਿਵੇਂ ਮੈਟਰੋ ਹੈ। ਮੈਟਰੋ ਤੁਹਾਨੂੰ ਪਤਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜੋੜਨ ਵਾਸਤੇ ਆਪਾਂ ਨੂੰ ਉੱਪਰ ਕੀ ਬਣਾਉਣੇ ਪੈਂਦੇ ਨੇ? ਰੇਲ ਲਾਈਨ ਬਣਾਉਣੀਆਂ ਪੈਂਦੀਆਂ ਨੇ। ਹੁਣ ਉਹ ਲਾਈਨ ਬਣਾਉਣ ਵਾਸਤੇ ਨੀਚੇ ਆਪਾਂ ਨੂੰ ਸਪੋਰਟ ਚਾਹੀਦੀ ਹੁੰਦੀ ਹੈ, ਜਗ੍ਹਾ ਚਾਹੀਦੀ ਹੁੰਦੀ ਹੈ। ਹੁਣ ਉਹ ਜਗ੍ਹਾ ਕੁਛ ਤਾਂ ਪ੍ਰਾਈਵੇਟ ਏਰੀਆ 'ਚ ਵੀ ਆ ਰਹੀਆਂ ਹੁੰਦੀਆਂ ਨੇ। ਹੁਣ ਉਹ ਉੱਥੇ ਤੱਕ ਹੁਣ ਪ੍ਰਾਈਵੇਟ ਆ ਰਿਹਾ ਤੋਂ ਆਪਾਂ ਨੂੰ ਉਹ ਜਗ੍ਹਾ ਲੈਣੀ ਪੈਂਦੀ ਹੈ, ਤਾਂ ਉਹਨਾਂ ਕੰਟਰੈਕਟ ਕਰਨਾ ਪੈਂਦਾ, ਤਾਂ ਉਹਨੂੰ ਉਹਦੇ ਬਦਲੇ ਕੁਛ ਨਾ ਕੁਛ ਬਹੁਤ ਭਾਰੀ ਮਾਤਰਾ ਦੇ ਵਿੱਚ ਇਨਸੈਂਟਿਵ ਗੌਰਮੈਂਟ ਦਿੰਦੀ ਹੈ। ਆ ਕਲੀਅਰ ਹੋ ਗਿਆ ਹੋਊਗਾ? ਅੱਗੇ ਦੇਖੋ ਸਟੂਡੈਂਟਸ, ਦਿਖ ਰਿਹਾ ਹੋਊਗਾ ਸਾਰਿਆਂ ਨੂੰ। ਦੇਖੋ ਸ਼ੇਅਰਿੰਗ ਆਫ ਰੈਵਨਿਊ, ਦਾ ਰੈਵਨਿਊ ਆਫ PPP ਇਜ਼ ਸ਼ੇਅਰਡ ਬਿਟਵੀਨ ਗੌਰਮੈਂਟ ਐਂਡ ਪ੍ਰਾਈਵੇਟ। ਹੁਣ ਇੱਕ ਹੋਰ ਵੀ ਗੱਲ ਹੈ ਕਿ ਜੇਕਰ ਗੌਰਮੈਂਟ ਪ੍ਰਾਈਵੇਟ ਵਾਲਿਆਂ ਦੀ ਜ਼ਮੀਨਾਂ ਯੂਜ਼ ਕਰ ਰਹੀ ਹੈ ਜਾਂ ਕੋਈ ਵੀ ਚੀਜ਼ ਯੂਜ਼ ਕਰ ਰਹੀ ਹੈ, ਤਾਂ ਉਹ ਇਹ ਵੀ ਕਹਿ ਸਕਦਾ ਜਿਹੜੀ ਤੁਸੀਂ ਇਸ ਪ੍ਰੋਜੈਕਟ ਤੋਂ ਕਮਾਈ ਕਰੋਗੇ ਉਹਦੇ ਵਿੱਚ ਕੁਛ ਹਿੱਸਾ ਪ੍ਰਾਈਵੇਟ ਸੈਕਟਰ ਦਾ ਹੋਏਗਾ। ਇਹ ਪ੍ਰਾਈਵੇਟ ਸੈਕਟਰ ਵਾਲੇ ਆਪਸ 'ਚ ਕੰਟਰੈਕਟ ਕਰ ਸਕਦੇ ਨੇ। PPP 'ਚ ਪ੍ਰੋਬਲਮ ਕੀ ਆਉਂਦੀਆਂ ਨੇ? PPP 'ਚ ਪ੍ਰੋਬਲਮ ਇਹ ਆਉਂਦੀਆਂ ਨੇ ਕਿ ਜਿਹੜਾ ਐਚਓ ਰੇਟ ਹੁੰਦਾ, ਮਤਲਬ ਜ਼ਮੀਨ ਜੇਕਰ ਗੌਰਮੈਂਟ ਜੇਕਰ ਜ਼ਮੀਨ ਪ੍ਰਾਈਵੇਟ ਵਾਲਿਆਂ ਦੀ ਲੈਂਦੀ ਹੈ ਤਾਂ ਉਹਦੇ ਵਿੱਚ ਐਕਚੁਅਲ ਜਿਹੜਾ ਬਣਦਾ ਰੈਂਟ ਬਣਦਾ ਜਾਂ ਐਕਚੁਅਲ ਉਹਦੀ ਵੈਲਿਊ ਬਣਦੀ ਹੈ ਉਹ ਬਹੁਤ ਘੱਟ ਹੁੰਦੀ ਹੈ, ਪਰ ਗੌਰਮੈਂਟ ਉਹਨੂੰ ਬਹੁਤ ਜ਼ਿਆਦਾ ਇਨਸੈਂਟਿਵ ਦਿੰਦੀ ਹੈ। ਇਹ ਉਸ ਤੋਂ ਦੁੱਗਣਾ ਤਿੱਗਣਾ ਇਨਸੈਂਟਿਵ ਦਿੰਦੀ ਹੈ, ਤਾਂ ਜੋ ਗੌਰਮੈਂਟ ਇਹਦੇ ਉੱਤੇ ਬਹੁਤ ਭਾਰੀ ਰਿਸਕ ਬੀਅਰ ਕਰਦੀ ਹੈ, ਬੋਰਨ ਕਰਦੀ ਹੈ। ਕਲੀਅਰ ਗੱਲ? ਬਸ ਇਹ ਹੈ ਕਿ ਕੰਟਰੈਕਟ ਕਰਨ 'ਤੇ ਜਿਹੜਾ ਪ੍ਰਾਈਵੇਟ ਸੈਕਟਰ ਵਾਲੇ ਹੁੰਦੇ ਨੇ ਉਹ ਬਹੁਤ ਭਾਰੀ ਮਾਤਰਾ 'ਚ ਬੈਨੀਫਿਟ ਮੰਗ ਲੈਂਦੇ ਨੇ, ਕਿ ਜਿਸ ਵਜ੍ਹਾ ਨਾਲ ਗੌਰਮੈਂਟ ਨੂੰ ਜ਼ਿਆਦਾ ਪੈਸੇ ਦੇਣੇ ਪੈ ਜਾਂਦੇ ਨੇ ਇਸ ਵਿੱਚ। ਸਮਝ ਆ ਗਿਆ? PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਆਹ ਤੁਹਾਡੀ ਕੇਸ ਸਟੱਡੀ ਹੈ। ਇਹਨਾਂ ਨੇ ਪੁੱਛਿਆ ਸਟੇਟ ਦਾ ਟਾਈਪ ਆਫ ਐਂਟਰਪ੍ਰਾਈਜ਼ ਮੈਂਸ਼ਨ। ਹੁਣ ਜਦੋਂ ਤੁਸੀਂ ਆਹ ਕੇਸ ਸਟੱਡੀ ਰੀਡ ਕਰੋਗੇ ਤਾਂ ਪਤਾ ਲੱਗੇਗਾ PPP ਦੇ ਬਾਰੇ ਗੱਲ ਕਰ ਰਿਹਾ, ਜਿਵੇਂ ਮੈਟਰੋ ਪ੍ਰੋਜੈਕਟ ਹੋ ਗਿਆ। ਫਿਰ ਉਹਦੇ ਵਿੱਚ PPP ਮੈਟਰੋ ਸਰਵਿਸ ਕਿਹਦੇ ਵਿੱਚ ਆਉਂਦੀ ਹੈ? ਇਹ ਦਿੱਲੀ ਮੈਟਰੋ, ਇਹ ਦਿੱਲੀ ਮੈਟਰੋ ਦੇ ਵਿੱਚ ਆਉਂਦੀ ਹੈ। ਕਲੀਅਰ ਹੈ ਗੱਲ? ਅੱਗੇ ਆਉਂਦਾ ਹੁਣ ਇਹਨਾਂ ਦੇ 2 ਫੀਚਰਸ ਕੀ ਨੇ ਜਿਹੜੇ ਮੈਂ ਤੁਹਾਨੂੰ ਫੀਚਰ ਪੜ੍ਹਾਏ ਨੇਗੇ, ਠੀਕ ਹੈ। ਹੁਣ ਜੇਕਰ ਆਪਾਂ ਤੁਹਾਨੂੰ ਪੁੱਛਿਆ ਜਾਵੇ DMRC ਦੀ ਫੁੱਲ ਫਾਰਮ ਕੀ ਹੈ, ਤਾਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਇਹਦੀ ਫੁੱਲ ਫਾਰਮ ਹੈ। ਤਾਂ ਕਲੀਅਰ ਹੋ ਗਿਆ ਹੋਊਗਾ ਸਾਰਿਆਂ ਨੂੰ ਸਟੂਡੈਂਟਸ। ਤਾਂ ਇਹ ਚੈਪਟਰ ਆਪਣਾ ਖ਼ਤਮ ਹੋ ਗਿਆ। ਦੇਖੋ ਸਟੂਡੈਂਟਸ, ਆ ਪਿੱਛੇ ਚੈਪਟਰ ਦੇ ਵਿੱਚ ਕੁਐਸਚਨਸ ਦਿੱਤੇ ਹੋਏ ਨੇ, ਮਲਟੀ ਚੋਇਸ ਕੁਐਸਚਨ ਹੈ, ਸਾਰੇ ਰੀਡ ਕਰਨੇ ਆ ਤੁਸੀਂ, ਠੀਕ ਹੈ। ਆ ਤੁਹਾਨੂੰ ਵੈਰੀ ਸ਼ਾਰਟ ਟਾਈਪ ਕੁਐਸਚਨਸ ਦਿੱਤੇ ਹੋਏ ਨੇ, ਸਾਰੇ ਰੀਡ ਕਰਨੇ ਨੇ। ਸਮਝ ਆ ਗਈ ਸਟੂਡੈਂਟਸ? ਤਾਂ ਸਾਰੇ ਰੀਡ ਕਰੋਗੇ ਅਤੇ ਕੇਸ ਸਟੱਡੀਜ਼ ਰੀਡ ਕਰੋਗੇ, ਇਹੀ ਪੇਪਰ ਦੇ ਵਿੱਚ ਆਉਂਦੇ ਨੇਗੇ, ਉਹਨੂੰ ਮੋਲਡ ਕਰਕੇ ਕੁਐਸਚਨਸ ਆਉਂਦੇ ਨੇ, ਅਤੇ ਤੁਸੀਂ ਸਾਰੇ ਦੇ ਸਾਰੇ ਰੀਡ ਕਰਨੇ ਨੇ।
ਤੇ ਆਪਣਾ ਖਿਆਲ ਰੱਖਿਓ, ਸੁਰੱਖਿਅਤ ਰਹੋ। ਜੈ ਹਿੰਦ।